ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਗਰ ਕੌਂਸਲ ਚੋਣਾਂ ਕਰਜ਼ਈ ਕੌਂਸਲਰ ਲਈ ਹੋਈ ਮਾਰਤਾੜ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਚਰਨਜੀਤ ਜੀ, ਇੱਕ ਪਾਸੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਸੰਘਰਸ਼ ਜਿਹੜਾ ਭਖਦਾ ਜਾ ਰਿਹਾ, ਤਾਂ ਉਸੇ ਦੌਰਾਨ ਜਿਹੜਾ ਹੈਗਾ ਪੰਜਾਬ 'ਚ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਦੀ ਅੱਜ ਵੋਟਾਂ ਪਈਆਂ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਥਾਵਾਂ 'ਤੇ ਜਿਹੜਾ ਮਾਰ-ਧਾੜ ਅਤੇ ਜਾਲੀ ਵੋਟਾਂ ਪੈਣ ਦੀਆਂ ਸੂਚਨਾਵਾਂ ਸਾਨੂੰ ਮਿਲ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਅੱਜ ਦੀ ਜਿਹੜੀ ਇਹ ਵੋਟਿੰਗ ਪ੍ਰਕਿਰਿਆ ਉਹ ਕਿਹੋ ਜਿਹੀ ਰਹੀ, ਕਿੱਥੇ ਕੀ ਕੁਝ ਹੋਇਆ ਤੇ ਕਿੰਨੀਆਂ ਕੁੱਲ ਵੋਟਾਂ ਹੁਣ ਤੱਕ ਪੈਣ ਦੀ ਖਬਰ ਮਿਲ ਰਹੀ ਹੈ। ਇਹ ਹੈ ਕਿ ਪੰਜਾਬ ਦੇ ਵਿੱਚ 2022 ਦੇ ਵਿੱਚ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਹੈ ਉਹ ਹੋਣੀਆਂ। ਉਹਨਾਂ ਇਲੈਕਸ਼ਨਾਂ ਤੋਂ ਐਨ ਪਹਿਲਾਂ ਜਿਹੜੀਆਂ ਇਹ ਚੋਣਾਂ ਨਗਰ ਕੌਂਸਲ ਦੀਆਂ ਹੋ ਰਹੀਆਂ ਨੇ, ਜਿਸ ਕਰਕੇ ਇਹ ਸਾਰੀਆਂ ਸਿਆਸੀ ਧਿਰਾਂ ਲਈ ਕਾਫੀ ਅਹਿਮੀਅਤ ਰੱਖਦੀਆਂ ਨੇ। ਇਹਨੂੰ ਆਪਾਂ ਕਹਿ ਲਈਏ ਤਾਂ ਜਿਹੜੀ ਸੱਤਾ ਦਾ ਇੱਕ ਤਰ੍ਹਾਂ ਆਪਾਂ ਸੈਮੀ ਫਾਈਨਲ ਕਹਿ ਸਕਦੇ ਹਾਂ। ਇਹੀ ਮੰਨ ਕੇ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵੇਲੇ ਤਕਰੀਬਨ 109 ਦੇ ਕਰੀਬ ਜਿਹੜੀਆਂ ਨਗਰ ਕੌਂਸਲਾਂ ਔਰ ਜਿਹੜੇ 8 ਨਗਰ ਨਿਗਮ ਨੇ ਉਹਨਾਂ ਦੀਆਂ ਜਿਹੜੀਆਂ ਅੱਜ ਵੋਟਾਂ ਪਈਆਂ ਨੇ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਔਰ ਸਾਡੇ ਇਸ ਪ੍ਰੋਗਰਾਮ ਤੱਕ ਜਿਹੜੀਆਂ ਉਹ ਲੈਣਾ ਹਜੇ ਪੋਲਿੰਗ ਬੂਥਾਂ ਦੇ ਅੰਦਰ ਹੈ, ਜਿਹੜੀਆਂ ਉਹ ਕੁਛ ਥਾਵਾਂ 'ਤੇ ਲੱਗੀਆਂ ਹੋਈਆਂ ਨੇ, ਕੁਛ ਥਾਵਾਂ 'ਤੇ ਜਿਹੜਾ ਪੋਲਿੰਗ ਦਾ ਕੰਮ ਹੈ ਨਿਪਟ ਗਿਆ। ਇਸ ਕਿਸਮ ਦੀਆਂ ਸਾਨੂੰ ਸੂਚਨਾਵਾਂ ਜਿਹੜੀਆਂ ਉਹ ਪ੍ਰਾਪਤ ਹੋਈਆਂ ਨੇ। ਤਕਰੀਬਨ 9200 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ 2300 ਵਾਰਡਾਂ ਦੀ ਇਹ ਫੈਸਲਾ ਕਰਨਗੀਆਂ ਵੋਟਾਂ, ਵੱਖ-ਵੱਖ ਸ਼ਹਿਰਾਂ ਦਾ, ਵੱਖ-ਵੱਖ ਨਿਗਮਾਂ ਦਾ। ਆਦਸ਼ੇ ਦੇ ਵਿੱਚ ਕਈ ਗੱਲਾਂ ਨਵੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਕਿ ਪਿਛਲੇ ਦਿਨਾਂ ਤੋਂ ਰੌਲੇ ਤਾਂ ਉਹਦੀ ਪੈਣੇ ਸ਼ੁਰੂ ਹੋ ਗਏ ਸੀ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਹੁੰਦੇ ਸੀਗੇ ਕਿ ਸਾਡੇ ਜਿਹੜੇ ਰੂਲਿੰਗ ਨੇ ਧੱਕੇ ਨਾਲ ਜਿਹੜੇ ਨੋਮੀਨੇਸ਼ਨ ਪੇਪਰ ਆ ਜਿਹੜੇ ਉਹ ਰੱਦ ਕਰ ਦਿੱਤੇ ਹੈਗੇ ਨੇ। ਉਦੋਂ ਵੀ ਰੌਲੇ ਪਏ ਸੀ, ਜਿਸ ਕਰਕੇ ਸਾਨੂੰ ਸਿਪਟਮ ਤਾਂ ਪਹਿਲਾਂ ਹੀ ਮਿਲ ਗਏ ਸੀਗੇ। ਇਹ ਕਿਹੜਾ ਕੋਈ ਪਹਿਲੀ ਵਾਰ ਹੋ ਰਿਹਾ ਕਿ ਜਦੋਂ ਗੱਠਜੋੜ ਸਰਕਾਰ ਸੀ ਉਦੋਂ ਵੀ ਇਸ ਕਿਸਮ ਦਾ ਲੋਕ ਰਾਜ ਸਾਨੂੰ ਉਹਦੀਆਂ ਵੋਟਾਂ ਦੇਖਣ ਨੂੰ ਮਿਲੀਆਂ ਨੇ। ਹੁਣ ਵੀ ਉਸ ਕਿਸਮ ਦਾ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਫੀਲਡ ਦੇ ਵਿੱਚੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਜਾਂ ਸਾਡੇ ਕੋਲੇ ਖਬਰਾਂ ਆ ਰਹੀਆਂ ਹੈਗੀਆਂ ਨੇ। ਇਹ ਪਹਿਲੀ ਵਾਰ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਜਿਹੜੇ ਉਮੀਦਵਾਰ ਹੈ ਉਹ ਆਪਣੇ ਆਪਣੇ ਪੱਧਰ 'ਤੇ ਇਲੈਕਸ਼ਨ ਹੈ ਜਿਹੜੇ ਲੜ ਰਹੇ ਨੇ, ਕਿਉਂਕਿ ਜਿਹੜਾ 9 ਮਾਸ ਦਾ ਰਿਸ਼ਤਾ ਹੈ ਉਹ ਪਿਛਲੇ ਦਿਨਾਂ 'ਚ ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਟੁੱਟ ਚੁੱਕਾ ਹੈ। ਤੇ ਭਾਜਪਾ ਨੂੰ ਤਾਂ ਇਹ ਕਿਹਾ ਜਾਂਦਾ ਕਿ ਬਹੁਤੀ ਥਾਵਾਂ 'ਤੇ ਜਿਹੜੇ ਉਮੀਦਵਾਰ ਇਸ ਵਾਰ ਮਿਲੇ ਨਹੀਂ, ਤਕਰੀਬਨ 1000 ਉਮੀਦਵਾਰ ਉਹਨਾਂ ਦੇ ਖੜੇ ਨੇ ਤੇ ਇੰਡੀਪੈਂਡੈਂਟ ਕੈਂਡੀਡੇਟਸ ਦੀ ਗਿਣਤੀ ਇਸ ਵਾਰ ਸਾਨੂੰ ਜ਼ਿਆਦਾ ਦੇਖਣ ਨੂੰ ਮਿਲੀ ਹੈ ਕਿ 2800 ਦੇ ਕਰੀਬ ਹੈ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਹੈ ਜਿਹੜੇ ਉਹ ਚੋਣਾਂ ਦੇ ਮੈਦਾਨ ਦੇ ਵਿੱਚ ਡਟੇ ਹੋਏ ਨੇ। ਤੇ ਤਕਰੀਬਨ ਕਿਤੇ ਅਮਨ ਮਾਨ ਨਾਲ ਵੀ ਵੋਟਾਂ ਪਈਆਂ ਨੇ ਤੇ ਕਿਤੇ ਕੁੱਟਮਾਰ ਵੀ ਹੋਈ ਹੈ, ਕਿਤੇ ਸਾਡੇ ਕੋਲੇ ਜਾਲੀ ਵੋਟਾਂ ਪਾਏ ਜਾਣ ਦੀਆਂ ਵੀ ਇਲਜ਼ਾਮਾਂ ਦੀਆਂ ਖਬਰਾਂ ਵੀ ਨੇ। ਤਾਂ ਜਿਹੜੀ ਸਾਨੂੰ ਹੁਣ ਤੱਕ ਪਤਾ ਲੱਗਿਆ ਕਿ ਜਿਸ ਤਰ੍ਹਾਂ ਬਠਿੰਡਾ ਨਗਰ ਨਿਗਮ ਦੀ ਚੋਣ ਹੋਈ ਹੈ, ਕਿਉਂਕਿ ਉਸ ਤੋਂ ਪਹਿਲਾਂ ਗੱਠਜੋੜ ਦਾ ਕਾਬਜ਼ ਸੀ ਤੇ ਹਕੂਮਤ ਹੈ ਜਿਹੜੀ ਸਾਡੇ ਕਾਂਗਰਸ ਦੀ ਸੀ, ਤਾਂ ਉਹ ਬੜੀ ਬਕਾਰ ਵਾਲੀ ਚੋਣ ਇਸ ਵਾਰ ਬਣੀ ਹੋਈ ਸੀ। ਤਾਂ ਉੱਥੇ ਕੁਛ ਵਾਰਡਾਂ ਦੇ ਵਿੱਚ ਰੂਲਿੰਗ ਦੀ ਤੇ ਜਿਹੜੇ ਵਿਰੋਧੀ ਹੈ ਉਹਨਾਂ ਦੀ ਆਪਸੀ ਖਿੱਚਤੂ ਹੋਣ ਦੀਆਂ ਖਬਰਾਂ ਮਿਲੀਆਂ ਨੇ ਸਾਨੂੰ। ਤੇ ਸਭ ਤੋਂ ਖਤਰਨਾਕ ਜਿਹੜਾ ਰਿਹਾ ਉਹ ਪੱਟੀ ਦੇ ਵਿੱਚ ਰਿਹਾ, ਜਿੱਥੇ ਕਿਹਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਕਿ ਉੱਥੇ ਗੋਲੀ ਚੱਲੀ ਹੈਗੀ ਹੈ, ਉੱਥੇ ਇੱਕ ਆਦਮੀ ਇੰਜਰਡ ਵੀ ਹੋਇਆ ਹੈਗਾ ਔਰ ਉੱਥੇ ਪੱਗਾਂ ਲੱਥਣ ਦਾ ਵੀ ਜਿਹੜਾ ਸਮਾਚਾਰ ਸਾਨੂੰ ਮਿਲਿਆ ਹੈਗਾ। ਇਸ ਤਰ੍ਹਾਂ ਰੋਪੜ ਦੇ ਵਿੱਚ ਵੀ 2 ਧਿਰਾਂ ਦੇ ਵਿੱਚ ਕਾਫੀ ਖਿੱਚਤੂ ਹੋਈ ਹੈ, ਉੱਥੇ ਤਾਂ ਪਤਾ ਲੱਗਿਆ ਕਿ ਡਾਂਗਾਂ ਸੋਟੀਆਂ ਵੀ ਚੱਲੀਆਂ ਨੇ। ਸਮਾਣੇ ਦੇ ਵਿੱਚ ਉੱਥੇ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਨੇ। ਉੱਥੇ ਬੂਥ ਕੈਪਚਰਿੰਗ ਦੀ ਜਿਹੜੀ ਗੱਲ ਹੈ ਉਹ ਬੜੀ ਕਹੀ ਜਾ ਰਹੀ ਹੈ ਕਿ ਜਿਹੜੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਟੈਂਟ ਲੱਗੇ ਹੋਏ ਸੀ ਉਹਨਾਂ ਨੂੰ ਜਿਹੜਾ ਉੱਥੇ ਪੁੱਟ ਦਿੱਤਾ ਗਿਆ, ਜਿਸ ਤਰ੍ਹਾਂ ਪੱਟੀ ਦੇ ਵਿੱਚ ਆਪ ਦੇ ਆਦਮੀ ਦੇ ਉੱਥੇ ਸੱਟਾਂ ਮਾਰੀਆਂ ਨੇ। ਇਸ ਤਰ੍ਹਾਂ ਸਾਡੇ ਕੋਲੇ ਇੱਧਰ ਸੰਗਰੂਰ 'ਚ ਠੀਕ ਰਿਹਾ, ਰਾਜਪੁਰਾ ਦੇ ਵਿੱਚ ਸਾਨੂੰ ਖਬਰਾਂ ਮਿਲੀਆਂ ਨੇ, ਖਰੜ ਦੇ ਵਿੱਚ ਮਿਲੀਆਂ ਨੇ, ਕਿਤੇ ਨਾ ਕਿਤੇ ਸਾਰੇ ਕਿਤੇ ਹੀ ਥੋੜ੍ਹਾ ਬਹੁਤਾ ਜਿਹੜਾ ਚੱਲਿਆ ਹੈਗਾ। ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਇਲੈਕਸ਼ਨ ਹੈ ਉਹ ਬਿਲਕੁਲ ਸਮੂਥ ਰਹੀ ਹੈ ਜਾਂ ਨਿਰਪੱਖ ਰਹੀ ਹੈ ਜਾਂ ਸੁਤੰਤਰ ਰਹੀ ਹੈ।
ਇਹ ਸਾਡੀਆਂ ਜਿਹੜੀਆਂ ਵਿਰੋਧੀ ਧਿਰਾਂ ਦਾ ਕਹਿਣਾ ਹੈਗਾ, ਉਹਨਾਂ ਦੀ ਇਹ ਇਲਜ਼ਾਮਬਾਜ਼ੀ ਹੈਗੀ ਹੈ। ਤਾਂ ਮੋਟੇ ਤੌਰ 'ਤੇ ਦੇਖੀਏ ਕਿ ਲੋਕ ਰਾਜ ਲਈ ਜਿਹੜੀਆਂ ਇਲੈਕਸ਼ਨ, ਚਾਹੇ ਉਹ ਛੋਟੀਆਂ ਨੇ ਚਾਹੇ ਉਹ ਵੱਡੀਆਂ ਨੇ, ਉਹ ਬੜੀਆਂ ਅਹਿਮ ਹੁੰਦੀਆਂ ਨੇ। ਖਾਸ ਕਰਕੇ ਜੇ ਸੁਤੰਤਰ ਹੋਏਗੀ, ਨਿਰਪੱਖ ਹੋਏਗੀ, ਤਾਂ ਇਹਦੇ ਨਾਲ ਸਾਡਾ ਜਿਹੜਾ ਲੋਕ ਰਾਜ ਹੈ ਜਿਹੜਾ ਉਹ ਹੋਰ ਮਜ਼ਬੂਤ ਹੋਏਗਾ। ਬਾਕੀ ਅੱਜ ਜਿਉਂ ਹੀ ਵੋਟਾਂ ਪੈਣ ਦਾ ਕੰਮ ਖਤਮ ਹੋਏਗਾ, ਜਿਹੜੀਆਂ EVM ਮਸ਼ੀਨਾਂ ਹੈਗੀਆਂ ਨੇ ਉਹਨਾਂ ਨੂੰ ਪੁਲਿਸ ਪਹਿਰੇ ਹੇਠ ਰੱਖਿਆ ਜਾਏਗਾ ਔਰ 17 ਤਰੀਕ ਨੂੰ ਜਿਹੜੀ ਗਿਣਤੀ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋਏਗਾ, ਜਿਹਦੇ ਵਿੱਚ ਪਤਾ ਲੱਗੇਗਾ ਕਿ ਇਹ ਜਿਹੜਾ ਸੱਤਾ ਦਾ ਸੈਮੀ ਫਾਈਨਲ ਹੈ ਉਹ ਉਸ ਦੀ ਕੌਣ ਉਹਦੇ ਵਿੱਚ ਜਿੱਤ ਪ੍ਰਾਪਤ ਕਰਦਾ ਹੈਗਾ। ਆਮ ਆਦਮੀ ਪਾਰਟੀ ਨੇ ਇਹਦੇ ਵਿੱਚ ਬੜਾ ਇਸ ਨੂੰ ਬਕਾਰੀ ਬਣਾਇਆ ਹੋਇਆ ਸੀ, ਕਿਉਂਕਿ ਆਮ ਆਦਮੀ ਪਾਰਟੀ ਫਿਰ ਕਲੇਮ ਕਰ ਰਹੀ ਹੈ ਕਿ ਅਸੀਂ ਤੀਜੀ ਧਿਰ ਵੱਲੋਂ, ਇੱਕ ਵੱਡੀ ਧਿਰ ਵਜੋਂ ਉਭਰਾਂਗੇ। ਸ਼੍ਰੋਮਣੀ ਅਕਾਲੀ ਦਲ ਲਈ ਇਹ ਬਕਾਰੀ ਹੈ, ਉਹਦੇ ਲਈ ਇੱਕ ਉਹਨੂੰ ਲੱਗਦਾ ਕਿ ਸਾਨੂੰ ਖੇਤੀ ਕਾਨੂੰਨਾਂ 'ਚ ਜਿਸ ਕਿਸਮ ਦੇ ਅਸੀਂ ਸਟੈਂਡ ਲਾਏ ਹੈ ਕਿ ਸਾਡੇ ਮੁੜ ਪੈਰ ਲੱਗ ਜਾਣ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੀ ਕਾਫੀ ਭੱਜ-ਨੱਠ ਕੀਤੀ ਹੈ, ਉਹਨਾਂ ਦਾ ਵੀ ਜਿਹੜਾ ਭਵਿੱਖ ਹੈ ਇਹਨਾਂ ਵੋਟਾਂ ਦੇ ਵਿੱਚ ਤੈਅ ਹੋਏਗਾ। ਰੂਲਿੰਗ ਦੇ ਜਿਹੜੇ ਵਜ਼ੀਰ ਹੈਗੇ ਨੇ, MLA ਹੈਗੇ ਨੇ, ਉਹਨਾਂ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਬੈਠ ਕੇ ਨਿਗਰਾਨੀ ਕੀਤੀ ਹੈ, ਉਹਨਾਂ ਦਾ ਵੀ ਜਿਹੜਾ ਫਿਊਚਰ ਹੈ ਇਹਨਾਂ ਵੋਟਾਂ 'ਤੇ ਲੱਗਿਆ ਹੋਇਆ ਹੈ। ਅਤੇ ਆਉਣ ਵਾਲੇ ਟਾਈਮ 'ਚ ਸਾਨੂੰ 17 ਤਰੀਕ ਨੂੰ ਇਹ ਸਾਰੀ ਪਿਕਚਰ ਹੈ ਜਿਹੜੀ ਕਲੀਅਰ ਹੋ ਜਾਏਗੀ। ਚਰਨਜੀਤ ਜੀ, ਭਾਰਤੀ ਸੰਵਿਧਾਨ ਦੀ ਧਾਰਾ 73ਵੀਂ ਅਤੇ 74ਵੀਂ ਦੇ ਵਿੱਚ ਜਿਹੜੀ ਸੋਧ ਹੋਈ ਸੀ, ਉਹਦੀ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਡੈਮੋਕ੍ਰੇਸੀ ਨੂੰ ਗ੍ਰਾਸ ਰੂਟ ਲੈਵਲ 'ਤੇ ਜਿਹੜਾ ਮਜ਼ਬੂਤ ਕਰਨ ਦੀ ਗੱਲ ਕਹੀ। ਪਰ ਜਦੋਂ ਇਹ ਨਗਰ ਕੌਂਸਲ ਚੋਣਾਂ ਨੂੰ ਅਸੀਂ ਇਹੋ ਜਿਹੇ ਹਾਲਾਤਾਂ 'ਚ ਜਿੱਥੇ ਮਾਰ ਧਾੜ ਹੋ ਰਹੀ ਹੈ, ਜਾਲੀ ਵੋਟਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ, ਗੋਲੀਆਂ ਤੱਕ ਚੱਲਣ ਦੀ ਜਿਵੇਂ ਤੁਸੀਂ ਦੱਸ ਰਹੇ ਹੋ ਗੱਲਾਂ ਸਾਹਮਣੇ ਆ ਰਹੀਆਂ, ਤੁਹਾਨੂੰ ਲੱਗਦਾ ਵੀ ਕਿ ਡੈਮੋਕ੍ਰੇਸੀ ਜਿਹੜੀ ਹੈਗੀ ਹੈ, ਜਿਹਨੂੰ ਮਜ਼ਬੂਤ ਕਰਨ ਦੀ ਗੱਲ ਹੋ ਰਹੀ ਹੈ, ਉਹਨੂੰ ਮਜ਼ਬੂਤ ਰੱਖਿਆ ਜਾ ਸਕਦਾ? ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਆਤਿਸ਼, ਕਿ ਲੋਕ ਰਾਜ ਲਈ ਜਿੰਨੀ ਨਿਰਪੱਖ ਚੋਣ ਹੋਏਗੀ, ਸੁਤੰਤਰ ਹੋਏਗੀ ਔਰ ਸ਼ਾਂਤਮਈ ਹੋਏਗੀ, ਉਨੀ ਸਾਡੀ ਜਿਹੜੀ ਡੈਮੋਕ੍ਰੇਸੀ ਆ ਉਹ ਮਜ਼ਬੂਤ ਹੋਏਗੀ। ਖਾਸ ਕਰਕੇ ਇਸ ਨੂੰ ਇਸਦਾ ਨਾਂ ਹੀ ਗ੍ਰਾਸ ਰੂਟ ਡੈਮੋਕ੍ਰੇਸੀ ਦਾ ਦਿੰਦੇ ਆ। ਸਮੁੱਚੇ ਮੁਲਕ ਦੇ ਵਿੱਚ ਜਦੋਂ ਦੀ ਇਹ ਗੱਲ ਚੱਲੀ ਹੈਗੀ ਹੈ ਖੇਤੀ ਕਾਨੂੰਨਾਂ ਵਾਲੀ ਦੀ, ਤਾਂ ਫੈਡਰਲਿਜ਼ਮ ਦਾ ਜਿਹੜਾ ਇਸ਼ੂ ਹੈ ਉਹ ਬੜਾ ਉੱਭਰ ਕੇ ਸਾਡੇ ਸਾਹਮਣੇ ਆਇਆ ਹੈ। ਤਾਂ ਇਹਨੂੰ ਅਸੀਂ ਫੈਡਰਲਿਜ਼ਮ ਦਾ ਇੱਕ ਤਰ੍ਹਾਂ ਦਾ 3 ਟਾਇਰ ਸਿਸਟਮ ਆਖ ਦਿੰਦੇ ਹਾਂ, ਕਿ ਜਿਸ ਤਰ੍ਹਾਂ ਸੈਂਟਰ ਲੈਵਲ 'ਤੇ ਇਲੈਕਸ਼ਨਸ ਹੁੰਦੀਆਂ ਨੇ, ਉਸ ਤੋਂ ਬਾਅਦ ਸਟੇਟਾਂ ਦੀਆਂ ਇਲੈਕਸ਼ਨਸ ਹੁੰਦੀਆਂ, ਇਹ ਅੱਗੇ ਗ੍ਰਾਸ ਰੂਟ 'ਤੇ ਜਿਹੜੀਆਂ ਲੋਕਲ ਬਾਡੀਜ਼ ਹੈ, ਚਾਹੇ ਉਹ ਪੰਚਾਇਤੀ ਰਾਜ ਹੈ ਚਾਹੇ ਅਰਬਨ ਲੋਕਲ ਬਾਡੀਜ਼ ਹੈ, ਉਹਨਾਂ ਦੀਆਂ ਇਲੈਕਸ਼ਨ, ਇਹ ਤੀਜਾ ਪੜਾਓ ਆ ਜਾਂਦਾ ਹੈ ਔਰ ਗ੍ਰਾਸ ਰੂਟ ਦਾ ਪੜਾਓ ਆ ਜਾਂਦਾ। ਇਹ ਲੋਕਾਂ ਦੀਆਂ ਚੋਣਾਂ ਹੁੰਦੀਆਂ ਨੇ, ਜਿਹਦੇ ਵਿੱਚ ਸਮਝਿਆ ਜਾਂਦਾ ਕਿ ਘੱਟ ਤੋਂ ਘੱਟ ਪੋਲੀਟੀਕਲ ਦਖਲ ਹੋਏਗਾ। ਇਹ ਵੱਖਰੀ ਗੱਲ ਹੈ ਕਿ ਦਖਲ ਹੈ ਜਿਹੜਾ ਉਹ ਵੱਧ ਗਿਆ। ਜਿਸ ਤਰ੍ਹਾਂ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਸਾਰੀਆਂ ਵੱਲੋਂ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਉਠਾਈ ਜਾਂਦੀ ਹੈ ਡੀਸੈਂਟਰਲਾਈਜੇਸ਼ਨ ਆਫ ਪਾਵਰ। ਅਸੀਂ ਸੈਂਟਰ ਨੂੰ ਵੀ ਤੇ ਤੁਹਮਤ ਵੀ ਲਾਉਣੇ ਆ, ਇਲਜ਼ਾਮ ਵੀ ਲਾਉਣੇ ਆ ਕਿ ਉਹ ਸੈਂਟਰਲਾਈਜ਼ ਹੋ ਰਿਹਾ, ਜਿਹੜਾ ਸੈਂਟਰ ਹੈ ਸਾਰੀਆਂ ਪਾਵਰਾਂ ਨੂੰ, ਤਾਕਤਾਂ ਨੂੰ ਵੱਖ-ਵੱਖ ਸਕੀਮਾਂ ਦੇ ਵਿੱਚ, ਪਾਲਿਸੀਆਂ ਦੇ ਵਿੱਚ ਆਪਣੇ ਹੱਥ ਦੇ ਵਿੱਚ ਰੱਖ ਰਿਹਾ ਹੈ। ਤਾਂ ਇਹਦੇ ਵਿੱਚ ਵੀ ਜ਼ਰੂਰੀ ਹੈ ਕਿ ਜੇ ਅਸੀਂ ਉਹਨਾਂ ਨੂੰ ਕੋਸ ਰਹੇ ਹਾਂ, ਸੈਂਟਰ ਨੂੰ ਕੋਸ ਰਹੇ ਹਾਂ, ਤਾਂ ਸਾਡੀਆਂ ਸਟੇਟਾਂ ਨੂੰ, ਜਿਸ ਤਰ੍ਹਾਂ ਆਪਾਂ ਪੰਜਾਬ ਗੌਰਮੈਂਟ ਦੀ ਗੱਲ ਕਰਦੇ ਹਾਂ, ਤਾਂ ਇਹਨਾਂ ਨੂੰ ਵੀ ਚਾਹੀਦਾ ਕਿ ਜਿਹੜੀਆਂ ਸਾਡੀਆਂ ਲੋਕਲ ਬਾਡੀਜ਼ ਹੈ, ਚਾਹੇ ਉਹ ਪੰਚਾਇਤੀ ਰਾਜ ਹੈਗੀ, ਚਾਹੇ ਅਰਬਨ ਬਾਡੀਜ਼ ਹੈਗੀਆਂ ਨੇ, ਇਹਨਾਂ ਨੂੰ ਵੀ ਪਾਵਰਾਂ ਦੇ ਉਹਨਾਂ ਨੂੰ ਵੀ ਪਾਵਰਾਂ ਦੇ ਕੇ ਉਹਨਾਂ ਦੇ ਹੱਥ ਮਜ਼ਬੂਤ ਜਿਹੜੇ ਕਰਨੇ ਚਾਹੀਦੇ ਆ। ਉਹਨਾਂ ਨੂੰ ਵੀ ਇੰਡੀਪੈਂਡੈਂਟ ਹੈ ਜਿਹੜਾ ਛੱਡਣਾ ਚਾਹੀਦਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ 73ਵੀਂ ਔਰ 74ਵੀਂ ਸੋਧ ਦੀ, ਕਿਉਂਕਿ ਪਹਿਲਾਂ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਹੁੰਦੀਆਂ ਸੀਗੀਆਂ, ਚਾਹੇ ਪੰਚਾਇਤਾਂ ਦੀਆਂ ਹੁੰਦੀਆਂ ਸੀ, ਚਾਹੇ ਅਰਬਨ ਬਾਡੀਜ਼ ਦੀਆਂ ਹੁੰਦੀਆਂ ਸੀਗੀਆਂ, ਉਹਦੇ ਵਿੱਚ ਇੰਨਾ ਪੋਲੀਟੀਕਲ ਦਖਲ ਹੈ ਜਿਹੜਾ ਉਹ ਨਹੀਂ ਰਿਹਾ ਕਦੇ ਵੀ, ਕਿ ਅਸੀਂ ਕਦੇ ਨਹੀਂ ਸੁਣਿਆ। ਪਰ ਉਹਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਸਟੇਟ ਗੌਰਮੈਂਟ 'ਤੇ ਨਿਰਭਰ ਕਰਦਾ ਸੀ, ਕੋਈ ਲੰਬਾ ਅਰਸਾ ਚੋਣਾਂ ਨਹੀਂ ਸੀ ਕਰਾਉਂਦੀਆਂ। ਜਿਸ ਟਾਈਮ 92-93 ਦੇ ਵਿੱਚ ਇਹ ਸੋਧਾਂ ਹੋਈਆਂ ਨੇ, ਜਿਵੇਂ 74 ਅਮੈਂਡਮੈਂਟ ਹੈ ਜਿਹੜੀ ਇਹ ਸਾਡੀ ਅਰਬਨ ਬਾਡੀ ਨਾਲ ਤਾਲੁਕ ਰੱਖਦੀ ਹੈਗੀ ਹੈ, ਤਾਂ ਇਹਦੇ ਵਿੱਚ ਕਈ ਗੱਲਾਂ ਵਧੀਆ ਹੋਈਆਂ ਨੇ ਤਾਂ ਕਿ ਗ੍ਰਾਸ ਰੂਟ ਜਿਹੜੀ ਲੋਕ ਰਾਜ ਹੈ ਉਹਨੂੰ ਤਾਕਤ ਬਖਸ਼ੀ ਜਾ ਸਕੇ। ਕਿ ਇਹਦੇ ਵਿੱਚ ਇਹ ਕੀਤਾ ਕਿ ਮੈਂਡੇਟਰੀ ਕੀਤਾ ਕਿ ਹਰ 5 ਸਾਲ ਬਾਅਦ ਚੋਣਾਂ ਜਿਹੜੀਆਂ ਉਹ ਕਰਾਉਣੀਆਂ ਹੀ ਪੈਣਗੀਆਂ, ਕਿ ਸਟੇਟਾਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੀਆਂ ਕਿ ਜੋ ਦਿਲ ਕੀਤਾ ਇਲੈਕਸ਼ਨ ਕਰਾਈ, ਜੋ ਦਿਲ ਨਾ ਕੀਤਾ ਤਾਂ ਉਹਨੂੰ ਡੈਫਰ ਕਰ ਦਿੱਤਾ ਗਿਆ। ਤਾਂ ਇਹ ਚੀਜ਼ ਕਰ ਦਿੱਤੀ ਆ ਕਿ ਵੱਧ ਤੋਂ ਵੱਧ 5-6 ਮਹੀਨੇ ਲਈ ਇਸ ਨੂੰ ਡਿਲੇ ਕਰ ਸਕਦੀਆਂ ਹੈਗੀਆਂ ਨੇ। ਉਸ ਤੋਂ ਇਲਾਵਾ ਇੰਡੀਪੈਂਡੈਂਟ ਚੋਣਾਂ ਕਰਾਉਣ ਦੇ ਲਈ, ਸੁਤੰਤਰ ਚੋਣਾਂ ਕਰਾਉਣ ਦੇ ਲਈ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ
ਉਹਦੇ ਗਠਨ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੇ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ ਕਿ ਇਹ ਨਾ ਹੋਵੇ ਕਿ ਇਹਨਾਂ ਨੂੰ ਜਿਹੜੀਆਂ ਬੋਡੀਜ਼ ਹੈ ਇਹਨਾਂ ਨੂੰ ਸਟੇਟ ਦੇ ਮੂੰਹ ਵੱਲ, ਸੈਂਟਰ ਦੇ ਮੂੰਹ ਵੱਲ ਦੇਖਣਾ ਪਵੇ। ਉਹਨਾਂ ਲਈ ਫੰਡਾਂ ਦਾ ਇੱਕ ਪੱਕਾ ਪ੍ਰਬੰਧ ਕਰ ਦਿੱਤਾ। ਇਹ ਵੱਖਰੀ ਗੱਲ ਹੈ ਕਿ ਉਹਦੇ ਵਿੱਚ ਵੀ ਅੱਗੇ ਪੋਲੀਟਿਕਸ ਹੈ ਜਿਹੜੀ ਉਹ ਘੁਸਪੈਠ ਕਰ ਜਾਂਦੀ ਹੈਗੀ ਹੈ। ਫਾਈਨਾਂਸ ਦਾ ਪ੍ਰਬੰਧ ਕੀਤਾ, ਜਿਸ ਤਰ੍ਹਾਂ ਹੁਣ 2021 ਦੇ ਵਿੱਚ ਤਕਰੀਬਨ 670 ਕਰੋੜ ਰੁਪਈਆ ਜਿਹੜਾ ਫਾਈਨਾਂਸ ਕਮਿਸ਼ਨ ਨੇ ਜਿਹੜਾ ਸਾਡੀਆਂ ਪੰਜਾਬ ਦੇ ਜਿਹੜੇ ਸ਼ਹਿਰ ਹੈ ਉਹਨਾਂ ਦੀ ਡਿਵੈਲਪਮੈਂਟ ਲਈ ਜਾਰੀ ਕੀਤਾ ਹੈਗਾ। ਤੇ ਇਹ ਚੰਗੇ ਫੈਸਲੇ ਹੋਏ ਨੇ। ਪਰ ਹੁੰਦਾ ਕੀ ਹੈ, ਜਿਸ ਤਰ੍ਹਾਂ ਹੁਣ ਵੀ ਦੇਖਿਆ ਜਾਂ ਅਸੀਂ ਪਿਛਲੇ ਟਾਈਮ ਦੇ ਵਿੱਚ ਖੁਦ ਵੀ ਆਪਾਂ ਫੀਲਡ ਦੇ ਵਿੱਚ ਕੰਮ ਕਰਦਿਆਂ ਦੇਖਿਆ, ਬਠਿੰਡੇ ਚੋਣਾਂ ਦੇਖੀਆਂ, ਹੋਰ ਚੋਣਾਂ ਦੇਖੀਆਂ, ਮਾਲਵੇ ਦੇ ਵਿੱਚ ਪਿੰਡਾਂ ਦੀਆਂ ਚੋਣਾਂ ਦੇਖੀਆਂ, ਸ਼ਹਿਰਾਂ ਦੀਆਂ ਦੇਖੀਆਂ, ਉਹਦੇ ਵਿੱਚ ਜਿਸ ਕਿਸਮ ਦਾ ਸਿਆਸੀ ਦਖਲ ਵੱਧ ਗਿਆ ਹੈਗਾ ਉਹਦੇ ਨਾਲ ਕਾਫੀ ਵੱਡਾ ਜਿਹੜਾ ਪੁਆੜਾ ਸਾਡੇ ਸਾਹਮਣੇ ਖੜਾ ਹੋਇਆ। ਹੁਣ ਚੋਣਾਂ ਜਿਹੜੀਆਂ ਪੈਸੇ ਦੇ ਬਲ 'ਤੇ, ਇਹ ਤਾਂ ਚੋਣਾਂ ਜਿਵੇਂ ਆਪਾਂ ਪਹਿਲਾਂ ਸੁਣਦੇ ਹਾਂ ਕਿ ਨਾ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਜਾਂ ਅਸੈਂਬਲੀ ਚੋਣਾਂ ਹੁੰਦੀਆਂ, ਅਸੈਂਬਲੀ ਚੋਣਾਂ ਦੀ ਤਰ੍ਹਾਂ ਜਿਹੜੀਆਂ ਲੀਡਰ ਹੈ ਇਹ ਚੋਣਾਂ ਨੂੰ ਦੇਖਣ ਲੱਗ ਗਏ, ਲੜਨ ਲੱਗ ਗਏ ਨੇ। ਹੁਣ ਕਾਉਂਸਲਰ ਜਿਹੜੇ ਕੈਂਡੀਡੇਟ ਬਣਦੇ ਹੈਗੇ ਨੇ ਉਹ ਬੜਾ ਵੱਡੀ ਪੱਧਰ 'ਤੇ ਪੈਸੇ, ਆਪਾਂ ਪਿਛਲੇ ਦਿਨਾਂ 'ਚ ਖਬਰਾਂ ਦੇਖੀਆਂ ਕਿ ਉਹਨਾਂ ਨੇ ਪੈਸੇ ਵੀ ਵੰਡੇ ਹੈਗੇ ਨੇ, ਸ਼ਰਾਬ ਵੀ ਵਰਤਾਈ ਹੈਗੀ ਹੈ। ਕਿਸੇ ਨੇ ਸੌਫਟਵੇਅਰ ਦੇ ਵਿੱਚ ਮਠਿਆਈ ਦੇ ਡੱਬੇ ਇੱਕ ਦਿਨ ਪਹਿਲਾਂ ਭੇਜ ਦਿੱਤੇ ਹੈਗੇ ਨੇ ਲੋਕਾਂ ਦੇ, ਵੋਟਰਾਂ ਦੇ ਘਰਾਂ ਦੇ ਵਿੱਚ, ਤਾਂ ਕਿ ਉਹਨਾਂ ਨੂੰ ਭਰਮਾਇਆ ਜਾ ਸਕੇ। ਤਾਂ ਪੈਸੇ ਦਾ ਵੀ ਜ਼ੋਰ ਹੈ ਜਿਹੜਾ ਵਧਿਆ, ਬਲ ਦਾ ਵੀ ਪ੍ਰਯੋਗ ਵਧਿਆ ਹੈਗਾ। ਜਿਸ ਤਰ੍ਹਾਂ ਅੱਜ ਬਹੁਤ ਥਾਵਾਂ 'ਤੇ ਇਹ ਵੀ ਪਤਾ ਲੱਗਿਆ, ਜਿਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਕਿ ਉੱਥੇ ਜਿਹੜੇ ਵਿਰੋਧੀ ਧਿਰ ਦੇ ਜਿਹੜੇ ਪੋਲਿੰਗ ਏਜੰਟ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਇਹਨਾਂ ਨੇ ਆਪਣੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਭੁਗਤਾਈਆਂ, ਵੋਟਾਂ ਕੱਟੇ ਜਾਣ ਦਾ ਬਹੁਤ ਵੱਡੀ ਪੱਧਰ 'ਤੇ ਹੋਇਆ। ਤਾਂ ਇਹ ਜਿਹੇ ਮੌਕਿਆਂ 'ਤੇ ਜਿਹੜੀ ਸਾਡੀ ਨੌਕਰਸ਼ਾਹੀ ਹੁੰਦੀ, ਸਾਡਾ ਚੋਣ ਅਮਲ ਹੈ, ਉਹ ਵੀ ਨਾ ਕਿਤੇ ਕਿਤੇ ਹੱਥ ਠੋਕਾ ਜਿਹੜਾ ਹੈਗਾ ਉਹ ਰੂਲਿੰਗ ਦਾ ਬਣ ਜਾਂਦਾ ਹੈਗਾ। ਤੇ ਪੁਲਿਸ ਹੈ ਜਿਹੜੀ, ਪੁਲਿਸ ਨੂੰ ਇਹਨਾਂ ਚੋਣਾਂ ਦੇ ਵਿੱਚ ਬੜੀ ਵੱਡੀ ਪੱਧਰ 'ਤੇ ਵਰਤਦੇ ਹੈ। ਅਸੀਂ ਪਿਛਲੇ ਟਾਈਮ 'ਤੇ ਦੇਖਿਆ ਜਦੋਂ ਗੱਠਜੋੜ ਦੀ ਸਰਕਾਰ ਸੀ ਤੇ ਬਹੁਤ ਥਾਵਾਂ 'ਤੇ ਜਿਹੜੀ ਬੂਥ ਕੈਪਚਰਿੰਗ ਸ਼ਰੇਆਮ ਹੁੰਦੀ ਰਹੀ ਹੈ। ਇਹ ਪਾਰਟੀਆਂ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਹਰ ਪਾਰਟੀ ਨੂੰ ਲੱਗਦਾ ਕਿ ਪਹਿਲਾਂ ਚੋਣਾਂ ਜਿੱਤਣ ਲਈ ਲੜੀਆਂ ਜਾਂਦੀਆਂ ਸੀ, ਚੋਣਾਂ ਵਾਂਗੂ ਲੜੀਆਂ ਜਾਂਦੀਆਂ ਸੀ। ਹੁਣ ਪਿਛਲੇ ਟਾਈਮ ਤੋਂ ਇੱਕ ਨਵਾਂ ਜਿਹੜਾ ਟ੍ਰੈਂਡ ਸ਼ੁਰੂ ਹੋ ਗਿਆ, ਚੋਣਾਂ ਨੂੰ ਇੱਕ ਤਰ੍ਹਾਂ ਦੀ ਲੁੱਟ ਦੀ ਭਾਵਨਾ ਲੜੀ ਜਾਂਦੀ। ਸਾਡੇ ਦਿਮਾਗਾਂ 'ਚ ਇੱਕ ਲੁੱਟ ਵਸੀ ਵੀ ਹੈ। ਇੱਕ ਹਲਕੇ ਦਾ ਐਮਐਲਏ, ਇੱਕ ਹਲਕੇ ਦਾ ਹਲਕਾ ਇੰਚਾਰਜ ਹੈ ਜਿਹੜਾ ਰੂਲਿੰਗ ਦਾ, ਉਹਨੂੰ ਇਹ ਲੱਗਦਾ ਕਿ ਜੇ ਮੇਰੇ ਹਲਕੇ ਸ਼ਹਿਰ ਦੇ ਵਿੱਚ 50 ਵਾਰਡ ਹੈ ਤਾਂ 50 ਵਾਰਡਾਂ ਦੇ ਵਿੱਚ ਹੀ ਮੇਰੀ ਜਿੱਤ ਹੋਣੀ ਚਾਹੀਦੀ ਹੈ। ਅਗਰ ਉਹ 50 ਨੂੰ ਟੀਚਾ ਮੰਨ ਕੇ ਚੱਲੇਗਾ ਤਾਂ ਫਿਰ ਉਹ ਬਲ ਦਾ ਪ੍ਰਯੋਗ ਵੀ ਕਰੇਗਾ, ਪੈਸੇ ਦਾ ਪ੍ਰਯੋਗ ਵੀ ਕਰੇਗਾ, ਬੂਥ ਕੈਪਚਰਿੰਗ ਵੀ ਕਰਾਏਗਾ। ਅਗਰ ਉਹ ਓਪਨ ਛੱਡੇਗਾ ਕਿ ਠੀਕ ਹੈ ਜੀ ਮੈਂ ਇੱਕ ਸਿੰਪਲ ਮੈਜੋਰਟੀ ਜਾਂ ਮੈਸਿਵ ਮੈਜੋਰਟੀ ਲੈਣੀ ਹੈ, ਪਰ ਜਦੋਂ ਅਸੀਂ ਟਾਰਗੇਟ ਵੱਡੇ ਮਿੱਥ ਲੈਂਦੇ ਹਾਂ ਉਹਦੇ ਲਈ ਫਿਰ ਅਸੀਂ ਹੁੱਕ ਐਂਡ ਕਰੁੱਕ ਚੋਣ ਨੂੰ ਜਿੱਤਣ ਦਾ ਯਤਨ ਕਰਦੇ ਹੈਗੇ ਆ। ਤਾਂ ਉਹਦੇ ਵਿੱਚ ਜਿਹੜਾ ਇੱਕ ਨਿਰਪੱਖਤਾ ਵਾਲੀ ਗੱਲ ਹੈ ਜਿਹੜੀ 74ਵੀਂ ਸੋਧ ਦੀ ਗੱਲ ਜਿਸ ਤਰ੍ਹਾਂ ਤੁਸੀਂ ਸ਼ੁਰੂ ਕੀਤੀ ਸੀ, ਜਿਹੜੀ ਉਹਦੀ ਮੂਲ ਭਾਵਨਾ ਹੈ ਉਹਨੂੰ ਸੱਟ ਵੱਜਦੀ ਹੈਗੀ। ਚਰਨਜੀਤ ਜੀ, ਕਿਸਾਨ ਅੰਦੋਲਨ ਨੂੰ ਚੱਲਦੇ ਨੂੰ ਜਿਹੜਾ ਅੱਜ 5 ਮਹੀਨਿਆਂ ਦੇ ਕਰੀਬ ਸਮਾਂ ਬੀਤ ਚੁੱਕਿਆ ਹੈ, ਜਿਸ ਵੱਲੋਂ ਜਿਹੜਾ ਹੈਗਾ ਇੱਕ ਸ਼ਾਂਤੀਮਈ ਸੰਘਰਸ਼ ਦਾ ਪਾਠ ਜਿਹੜਾ ਹੈ ਸਭ ਨੂੰ ਪੜ੍ਹਾਇਆ ਜਾ ਰਿਹਾ। ਪਰ ਇਹਨਾਂ ਚੋਣਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਹ ਹਾਲਾਤ ਜਿਹੜੇ ਹੈਗੇ ਆ ਬਿਲਕੁਲ ਹੀ ਉਹਦੇ ਉਲਟ ਨੇ। ਇਹਨਾਂ ਵਿੱਚ ਮਾਰ ਧਾੜ ਹੋ ਰਹੀ ਹੈ। ਜਿਹੜੇ ਲੋਕ ਪਹਿਲਾਂ ਭਾਈਵਾਲ ਦੀਆਂ ਗੱਲਾਂ ਕਰਦੇ ਸੀ ਉਹ ਆਪਸ 'ਚ ਝੜਪਾਂ ਕਰਦੇ ਦਿਖਾਈ ਦੇ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਜਿਹੋ ਜਿਹੇ ਹਾਲਾਤਾਂ 'ਚ ਇਹ ਚੋਣਾਂ ਹੋ ਰਹੀਆਂ ਨੇ ਉਹਨਾਂ ਚੋਣਾਂ 'ਤੇ ਜਿਹੜਾ ਹੈਗਾ ਜਾਂ ਲੋਕਾਂ 'ਤੇ ਜਿਹੜਾ ਹੈਗਾ ਇਸ ਸੰਘਰਸ਼ ਦੇ, ਸ਼ਾਂਤੀਮਈ ਸੰਘਰਸ਼ ਦਾ ਕੋਈ ਅਸਰ ਨਹੀਂ ਰਿਹਾ? ਲੋਕ ਜਿਵੇਂ ਮੁੜ ਉਹੀ ਆਪਣੇ ਪੁਰਾਣੇ ਰਵੱਈਏ 'ਤੇ ਆ ਗਏ ਨੇ। ਨਹੀਂ, ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਦੇਖਣ 'ਚ ਤਾਂ ਕਈ ਵਾਰੀ ਲੱਗਦਾ ਹੁੰਦਾ ਕਿ ਜੇ ਕਿਸਾਨਾਂ, ਆਪਾਂ ਇੱਥੇ ਵੀ ਇਸ ਪਲੇਟਫਾਰਮ ਤੋਂ ਬਹੁਤ ਵਾਰੀ ਗੱਲਾਂ ਕੀਤੀਆਂ ਨੇ ਕਿ ਲੋਕ ਬਹੁਤ ਕੁਝ ਸਿੱਖਣਗੇ, ਲਰਨ ਕਰਨਗੇ ਕਿਸਾਨ ਘੋਲ 'ਚੋਂ। ਇਹ ਨਹੀਂ ਕਹਿ ਸਕਦੇ ਕਿ ਸਿੱਖਿਆ ਨਹੀਂ, ਲੋਕਾਂ ਨੇ ਬਹੁਤ ਸਿੱਖਿਆ। ਜਿਸ ਤਰ੍ਹਾਂ ਅਸੀਂ ਇਲੈਕਸ਼ਨ ਕੰਪੇਨ ਚੱਲੀ ਹੈ ਪਿਛਲੇ ਦਿਨਾਂ 'ਚ, ਅਸੀਂ ਦੇਖਿਆ ਲੋਕ ਜਾਗਰਤ ਹੋਏ ਨੇ। ਲੋਕਾਂ ਨੇ ਬਹੁਤ ਸਾਰੇ ਲੀਡਰਾਂ ਨੂੰ ਆਪਣੇ ਘਰਾਂ ਤੋਂ ਬਾਹਰ ਮੋੜਿਆ ਹੈਗਾ। ਬਹੁਤ ਸਾਰੀ ਜਿਹੜੀ ਭਾਜਪਾ ਦੇ ਖਾਸ ਕਰਕੇ ਜੇ ਗੁੱਸਾ ਸੀ ਲੋਕਾਂ ਨੂੰ, ਉਹਨਾਂ ਦੇ ਆਫਿਸ ਹੈ ਜਿਹੜੇ ਬੰਦ ਕਰਾਏ ਹੈ। ਚਾਹੇ ਅਸੀਂ ਇਸ ਗੱਲ ਦੇ ਹਮੈਤੀ ਹੈਗੇ ਹਾਂ ਕਿ ਲੋਕ ਰਾਜ ਦੇ ਵਿੱਚ ਹਰ ਕਿਸੇ ਨੂੰ ਬੋਲਣ ਦਾ ਅਧਿਕਾਰ ਹੈ, ਆਪਣੀ ਕੰਪੇਨ ਕਰਨ ਦਾ ਅਧਿਕਾਰ ਹੈ, ਪਰ ਲੋਕਾਂ ਦਾ ਇੱਕ ਰੋਹ ਸੀਗਾ ਤਾਂ ਉਹ ਇੱਕ ਵੱਡਾ ਅਸਰ ਸੀਗਾ। ਹੁਣ ਵੀ ਆਪਾਂ ਚਾਹੇ ਦੇਖਦੇ ਹੈਗੇ, ਠੀਕ ਹੈ, ਕੁਛ ਲੋਕ ਜਿਹੜੇ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਹੁੰਦੇ ਨੇ ਹੁਣ ਵੀ ਉਹੀ ਐਕਟਿਵ ਹੋਏ ਨੇ। ਉਹਨਾਂ ਦੀ ਜਿਹੜੀ ਐਕਟਿਵਨੈਸ ਹੈ ਉਹ ਸਾਨੂੰ ਜ਼ਿਆਦਾ ਦਿਖ ਰਹੀ ਹੈ। ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਹੀ ਉਹਨਾਂ ਦੇ ਸਿਰ 'ਤੇ ਭਾਂਡਾ ਮੂਧਾ ਵੱਜਿਆ ਹੈ, ਪਰ ਜਿਹੜੇ ਸਿੱਖਣ ਵਾਲੇ ਜਿਹੜੇ ਆਮ ਵੋਟਰ ਹੈ ਉਹਨਾਂ ਨੇ ਬਹੁਤ ਕੁਛ ਲਰਨ ਕੀਤਾ। ਦੇਖੋ, ਡੈਮੋਕ੍ਰੇਸੀ ਦਾ ਜਿਹੜਾ ਰੁਝਾਨ ਹੈ ਕਿ ਨਾ ਓਵਰਆਲ, ਇੰਨੀ ਪੁਰਾਣੀਆਂ ਚੀਜ਼ਾਂ ਤੁਹਾਡੇ ਜਿਹੜੀਆਂ ਰਗਾਂ 'ਚ ਬੈਠੀਆਂ ਹੋਈਆਂ ਨੇ। ਜੇ ਆਪਾਂ ਕਹਿ ਦਈਏ ਕਿ ਇੱਕ ਅੰਦੋਲਨ ਹੀ ਕੱਢ ਦੇਗਾ ਸਾਰਾ ਕੁਛ, ਉਹ ਪੋਸੀਬਲ ਨਹੀਂ। ਇਹ ਸਟੈਪ ਵਾਈਜ਼ ਇੱਕ, ਠੀਕ ਹੈ, ਸਾਨੂੰ ਇੱਕ ਜਾਗ ਲੱਗਿਆ ਹੈਗਾ, ਹੌਲੀ ਹੌਲੀ ਅਸੀਂ ਅਵੇਅਰ ਹੋਵਾਂਗੇ, ਹੌਲੀ ਹੌਲੀ ਉਹਨਾਂ ਚੀਜ਼ਾਂ 'ਚੋਂ ਅਸੀਂ ਨਿਕਲਾਂਗੇ। ਅਸੀਂ ਗਲਤ ਠੀਕ ਦੀ ਜਿਹੜੀ ਪਹਿਚਾਣ ਕਰਨ ਤਾਂ ਸਿੱਖੇ ਹਾਂ ਕਿ ਨਾ, ਕਿ ਕੌਣ ਰਾਈਟ ਹੈ ਕੌਣ ਰੌਂਗ ਹੈਗਾ।
ਤਾਂ ਇਸ ਨਾਲ ਸਾਡਾ ਬਹੁਤ ਫਰਕ ਹੈ ਜਿਹੜਾ ਦੇਖਣ ਨੂੰ ਮਿਲਿਆ ਹੈਗਾ। ਇਹ ਠੀਕ ਹੈ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਕਿ ਯੂਪੀ ਬਿਹਾਰ 'ਚ ਕਿਸੇ ਟਾਈਮ ਬਹੁਤ ਹੁੰਦਾ ਸੀਗਾ, ਤੇ ਉਹ ਹੁਣ ਸਾਡੇ ਹੋਣ ਲੱਗ ਗਿਆ ਹੈਗਾ, ਬਲਕਿ ਬਿਹਾਰ ਸੁਧਰ ਗਿਆ। ਉੱਥੇ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਜਿਹੜਾ ਹੈਗਾ ਤੇਜਸਵੀ, ਉਹਨੇ ਆਪਣੀ ਚੋਣ ਕੰਪੇਨ ਕਿਸ ਤਰ੍ਹਾਂ ਚਲਾਈ ਹੈ, ਕਿਉਂਕਿ ਜਿਸ ਤਰ੍ਹਾਂ ਦਾ ਨਵਾਂ ਯੁੱਗ ਆ ਰਿਹਾ ਹੈ, ਨਵੀਂ ਜਮਹੂਰੀਅਤ ਆ ਰਹੀ ਹੈ, ਨਵੇਂ ਰੰਗ ਰਾਗ ਆ ਰਹੇ ਨੇ, ਉਹਦੇ ਨਾਲ ਸਾਨੂੰ ਵੀ ਬਦਲਾਅ ਜਿਹੜਾ ਕਰਨਾ ਪਏਗਾ। ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਜਿਹੜਾ ਚਿਰ ਸਥਾਈ ਹੁੰਦਾ ਉਹ ਹੁੰਦੇ ਤੁਹਾਡੇ ਵਿਚਾਰ, ਤੁਹਾਡੀ ਵਿਚਾਰਾਂ ਦੀ ਸਿਆਸਤ। ਜਿਹੜੀ ਇਸ ਕਿਸਮ ਦੀ ਦਾਬੇ ਵਾਲੀ ਸਿਆਸਤ ਹੈ, ਜਾਂ ਆਪਾਂ ਕਹਿ ਦਈਏ ਕਿ ਦਬਕੇ ਵਾਲੀ ਜਾਂ ਰੋਹ ਵਾਲੀ ਜਾਂ ਬਲ ਵਾਲੀ ਸਿਆਸਤ ਹੈ, ਇਹ ਲੰਬਾ ਨਹੀਂ ਚੱਲਦੀ ਹੈਗੀ ਹੈ। ਜੇ ਅਸੀਂ ਵਿਚਾਰਾਂ ਦੀ ਜਿਹੜੀ ਬਹਿਸ ਹੈ ਉਸ ਨੂੰ ਪਾਸੇ ਤੱਕਾਂਗੇ ਤਾਂ ਇਹਦੇ ਨਾਲ ਕੀ ਹੋਇਆ ਕਿ ਜਿਹੜੀ ਸਾਡੀ ਲੋਕ ਰਾਜ ਦੀ ਇੱਕ ਛਵੀ ਬਣੀ ਹੈ, ਉਹਦਾ ਅਕਸ਼ ਬਣਿਆ, ਉਸ ਨੂੰ ਜ਼ਰੂਰ ਸੱਟ ਵੱਜੇਗੀ। ਉਹਨਾਂ ਲੋਕਾਂ ਨੂੰ ਵੀ ਸੱਟ ਵੱਜੇਗੀ ਜਿਨ੍ਹਾਂ ਨੇ ਸਾਡੇ ਲਈ ਮਾਹੌਲ ਤਿਆਰ ਕੀਤਾ ਹੈ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ। ਆਤਿਸ਼ ਇਹ ਹੈ ਕਿ ਵੋਟਰ ਰਾਈਟ ਸਾਨੂੰ ਕੋਈ ਰਾਤੋਂ ਰਾਤ ਤਾਂ ਮਿਲਿਆ ਨਹੀਂ ਗਾ। ਇਹਦੇ ਲਈ ਇੱਕ ਬੜੀ ਵੱਡੀ ਘਾਲਣਾ ਹੈਗੀ ਹੈ। ਸਾਡੇ ਆਜ਼ਾਦੀ ਦੇ ਪਰਵਾਨਿਆਂ ਨੇ ਕਿੰਨੀਆਂ ਜੇਲ੍ਹਾਂ ਕੱਟੀਆਂ, ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਫਿਰ ਸਾਨੂੰ ਵੋਟਿੰਗ ਰਾਈਟ ਮਿਲਿਆ ਹੈਗਾ, ਤੇ ਉਹਦੀ ਕਦਰ ਕਰਨਾ ਇੱਕ ਸਾਡਾ ਇਖਲਾਕੀ ਫਰਜ਼ ਵੀ ਹੈਗਾ। ਪਰ ਇਹ ਪਿਛਲੇ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਜਿਸ ਤਰ੍ਹਾਂ ਦਾ ਪੋਲੀਟੀਕਲ ਪਾਰਟੀਆਂ ਨੇ ਜਾਂ ਉਹਨਾਂ ਦੇ ਲੀਡਰਾਂ ਨੇ ਇੱਕ ਤਰ੍ਹਾਂ ਦੀ ਗਲਤ ਰਵਾਇਤਾਂ ਜਿਹੜੀਆਂ ਸਾਡੇ ਸਿਸਟਮ ਦੇ ਵਿੱਚ ਪਾ ਦਿੱਤੀਆਂ, ਜਿਹਦੇ 'ਚ ਸਾਨੂੰ ਨਿਕਲਣਾ ਪਏਗਾ। ਹੁਣ ਕਿਸਾਨ ਅੰਦੋਲਨ ਦੀ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ, ਤਾਂ ਉਹਦੇ ਵਿੱਚ ਜਿਹੜੇ ਲੋਕ ਗਏ ਨੇ ਉਹ ਸਿੱਖ ਕੇ ਵੀ ਆਏ ਨੇ। ਕਿਸਾਨ ਅੰਦੋਲਨ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸੰਵਾਦ, ਸਾਨੂੰ ਜਿਹੜੀ ਇੱਕ ਲੈਸਨ ਮਿਲਦਾ ਸੰਵਾਦ ਦਾ। ਦੂਸਰਾ ਸਾਰਾ ਸ਼ਾਂਤਮਈ ਰਿਹਾ, ਪਰ ਦੂਸਰੀ ਤਰਫ ਸਾਡੇ ਲੀਡਰ ਹੈ ਜਿਹੜੇ ਲੋਕ ਸਿੱਖੇ ਨੇ, ਸਾਡੇ ਨੇਤਾ ਨੇ ਜਿਹੜੇ ਫਸਟ ਲਾਈਨ ਦੇ, ਸੈਕੰਡ ਲਾਈਨ ਦੇ, ਉਹਨਾਂ ਨੇ ਲਰਨ ਨਹੀਂ ਕੀਤਾ। ਉਹਨਾਂ ਨੇ ਸਿਰਫ ਦਿਖਾਵਾ ਕੀਤਾ ਕਿ ਅਸੀਂ ਤੁਹਾਡੇ ਨਾਲ ਹਾਂ। ਉਹਨਾਂ ਦੀ ਪਾਰਟੀ ਚਾਹੇ ਕੋਈ ਵੀ ਹੈ, ਰੂਲਿੰਗ ਕੋਲੇ ਠੀਕ ਹੈ ਪਾਵਰ ਹੈਗੀ ਹੈ, ਇਸ ਕਰਕੇ ਉਹਨਾਂ ਨੂੰ ਮੌਕਾ ਮਿਲ ਗਿਆ ਹੈਗਾ। ਜਦੋਂ ਪਹਿਲਾਂ ਦੂਸਰਿਆਂ ਕੋਲੇ ਪਾਵਰ ਸੀ, ਉਹਨਾਂ ਨੇ ਵੀ ਆਪਣਾ ਇਸ ਤਰ੍ਹਾਂ ਦਾ ਜਲਵਾ ਦਿਖਾਇਆ ਸੀਗਾ। ਤਾਂ ਠੀਕ ਹੈ ਕਿ ਹਿੰਸਾ ਹੋਈ ਹੈ ਕਿ ਅੱਜ ਚੋਣਾਂ ਦੇ ਵਿੱਚ, ਤਾਂ ਸਾਡੇ ਜਿਹੜੇ ਕਿਸਾਨ ਅੰਦੋਲਨ ਹੈ, ਕਿਸਾਨ ਘੋਲ ਹੈ ਦਿੱਲੀ ਦੇ ਵਿੱਚ, ਉਹ ਬਿਲਕੁਲ ਅਹਿੰਸਕ ਹੈ। ਉਹਦੇ ਵਿੱਚ ਕਿਸੇ ਵੀ ਵਾਇਓਲੈਂਟ ਕਾਰਵਾਈ ਨਹੀਂ ਹੈਗੀ। ਉੱਥੇ ਵੀ ਦੇਖੋ ਜਿਹੜੇ ਲੋਕ ਹਿੰਸਾ ਦੇ ਰਾਹ ਪਏ ਅੰਦੋਲਨ ਦੇ ਦੌਰਾਨ, ਜਿਹੜੇ ਉਸ ਟਾਈਮ ਹੀਰੋ ਬਣੇ ਸੀਗੇ, ਉਹ ਦੂਸਰੇ ਦਿਨ ਜ਼ੀਰੋ ਹੋ ਗਏ। ਇਹਦਾ ਮਤਲਬ ਹੈ ਕਿ ਲੋਕ ਕਿਸ ਗੱਲ ਨੂੰ ਪਸੰਦ ਕਰਦੇ ਨੇ? ਲੋਕ ਸੰਵਾਦ ਨੂੰ ਪਸੰਦ ਕਰਦੇ ਆ, ਲੋਕ ਸ਼ਾਂਤੀ ਨੂੰ ਕਰਦੇ ਆ, ਸ਼ਾਂਤੀ ਦੇ ਤਰੀਕਿਆਂ ਨੂੰ ਪਸੰਦ ਕਰਦੇ ਆ, ਉਹਨਾਂ ਦੇ ਏਜੰਡੇ ਅੱਛੇ ਨੇ। ਤਾਂ ਇਹ ਚਾਹੇ ਚੋਣਾਂ ਦੇ ਵਿੱਚ ਇਸ ਕਿਸਮ ਦਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਠੀਕ ਹੈ, ਕਈ ਤਾਂ ਇਹ ਵੀ ਕਹਿੰਦੇ ਕਿ ਦੇਖੋ ਜੀ ਪੋਲਿੰਗ ਬੜੀ ਅੱਛੀ ਹੋ ਗਈ ਹੈ, ਇੰਨੀ ਠੰਡ ਸੀ ਸੁਬਾਹ, ਤੇ ਚਾਹੇ ਸ਼ੁਰੂਆਤ ਦੇ ਵਿੱਚ ਤਾਂ ਇਹ ਸੀਗਾ ਕਿ 16-17% ਹੋਈ ਸੀ, ਤੇ ਦੁਪਹਿਰ ਤੱਕ 56-57% ਹੋ ਗਈ ਸੀ, ਤੇ ਅੰਤਮ ਜਿਹੜੇ ਅੰਕੜੇ ਸਾਡੇ ਸਾਹਮਣੇ ਆ ਜਾਣਗੇ। ਤਾਂ ਸਾਨੂੰ ਇਸ ਗੱਲ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿ ਅੱਜ ਵਾਇਲੈਂਟ ਕਿਉਂ ਹੋਏ ਨੇ ਪੋਲੀਟੀਕਲ ਪਾਰਟੀਆਂ ਆਪਸ ਦੇ ਵਿੱਚ। ਇਹ ਪੋਲੀਟੀਕਲ ਲੋਕਾਂ ਦਾ ਮਸਲਾ ਹੈ, ਆਗੂਆਂ ਦਾ ਮਸਲਾ ਹੈ, ਆਮ ਲੋਕਾਂ ਦਾ ਜਾਂ ਵੋਟਰਾਂ ਦਾ ਮਸਲਾ ਨਹੀਂ। ਉਹ ਬਹੁਤ ਲਰਨ ਕੀਤਾ, ਇਸ ਕਰਕੇ ਤੁਸੀਂ ਵੀ ਨਿਰਾਸ਼ ਨਾ ਹੋ। ਚਰਨਜੀਤ ਜੀ, ਆਪਾਂ ਗੱਲ ਕਰ ਰਹੇ ਨਗਰ ਕੌਂਸਲ ਚੋਣਾਂ ਦੀ, ਪਰ ਜੇ ਕੌਂਸਲਾਂ ਦੀ ਗੱਲ ਕਰੀਏ, ਅਕਸਰ ਇੱਕ ਗੱਲਾਂ ਸਾਨੂੰ ਸੁਣਨ 'ਚ ਆਉਂਦੀਆਂ ਨੇ ਵੀ ਕਿ ਨਗਰ ਕੌਂਸਲਾਂ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਸਕੀਆਂ, ਕਦੇ ਕਰਜ਼ੇ ਦੀ ਕਿਸ਼ਤਾਂ ਨਹੀਂ ਮੋੜ ਸਕੀਆਂ, ਜਾਂ ਸ਼ਹਿਰਾਂ ਦੀ ਜਿਹੜੀ ਮੂਲ ਸਮੱਸਿਆਵਾਂ ਹੈ ਉਹਨਾਂ ਨੂੰ ਦੂਰ ਕਰਨ 'ਚ ਕਾਮਯਾਬ ਨਹੀਂ ਹੋ ਸਕੀਆਂ। ਇਹ ਤੁਹਾਨੂੰ ਨਹੀਂ ਲੱਗਦਾ ਵੀ ਕਿ ਇਹ ਨਗਰ ਕੌਂਸਲਾਂ ਜਿਹੜਾ ਇੱਕ ਕਰਜ਼ੇ ਦਾ ਘਰ ਬਣ ਚੁੱਕੀਆਂ ਨੇ? ਸਾਡੇ ਦਰਸ਼ਕਾਂ ਨੇ ਇਸ ਬਾਰੇ ਚਾਨਣਾ ਪਾਓ। ਦੇਖੋ, ਮੈਂ ਤਾਂ ਤੁਹਾਡੇ ਤੋਂ ਅੱਗੇ ਵੀ ਬਹੁਤ ਸਾਰੀਆਂ ਗੱਲਾਂ ਸਾਡੇ ਦਰਸ਼ਕਾਂ ਨੇ ਵੀ ਇਹ ਪਿਛਲੇ ਦਿਨਾਂ 'ਚ, ਪਿਛਲੇ ਟਾਈਮਾਂ 'ਚ, ਪਿਛਲੇ ਵਰ੍ਹਿਆਂ 'ਚ ਸੁਣੀਆਂ ਨੇ। ਅਸੀਂ ਜਦੋਂ ਕਹਿੰਦੇ ਹਾਂ ਕਿ ਅਸੀਂ ਜਿਹੜੇ ਪੰਜਾਬ ਦੇ ਸ਼ਹਿਰਾਂ ਨੂੰ ਪੈਰਿਸ ਬਣਾ ਦੇਵਾਂਗੇ, ਅਸੀਂ ਕਿਸੇ ਵੱਡੇ ਸ਼ਹਿਰ ਜਾਂਦੇ, ਅਸੀਂ ਕਹਿੰਦੇ ਨੇ ਕਿ ਕੈਲੀਫੋਰਨੀਆ ਬਣਾ ਦੇਵਾਂਗੇ। ਤਾਂ ਲੋੜ ਹੁਣ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਸ਼ਹਿਰਾਂ ਨੂੰ ਸ਼ਹਿਰ ਰਹਿਣ ਦਿਓ, ਪਿੰਡਾਂ ਨੂੰ ਪਿੰਡ ਰਹਿਣ ਦਿਓ। ਜਿਹੜੇ ਪੈਰਿਸ ਬਣਾਉਣ ਦੀ ਗੱਲ ਕਰਦੇ ਹਾਂ ਅਸੀਂ, ਜਾਂ ਕੈਲੀਫੋਰਨੀਆ ਬਣਾਉਣ ਦੀ ਗੱਲ ਕਰਦੇ ਆ, ਲੀਡਰ ਕੋਈ ਵੀ ਅਜਿਹੀ ਗੱਲ ਕਰਦਾ, ਸਭ ਤੋਂ ਪਹਿਲਾਂ ਉਹ ਆਪਣੀ ਸੋਚ ਦੇ ਵਿੱਚ ਕੈਲੀਫੋਰਨੀਆ ਲੈ ਕੇ ਆਵੇ, ਆਪਣੀ ਸੋਚ ਦੇ ਵਿੱਚ ਪੈਰਿਸ ਲੈ ਕੇ ਆਵੇ। ਉਹ ਪਹਿਲਾਂ ਕਰੇ ਕਿ ਮੈਂ ਲੋਕ ਰਾਜ ਨੂੰ ਮਜ਼ਬੂਤ ਕਰਨਾ ਹੈਗਾ। ਜਿਸ ਕਿਸਮ ਦੀ ਹਾਲਤ ਪੋਲੀਟੀਕਲ ਲੋਕਾਂ ਨੇ, ਸਾਡੇ ਬਹੁਤ ਚੰਗੇ ਅਦਾਰੇ ਸੀ, ਸਾਡੇ ਕੋਲ ਮਾਰਕੀਟ ਕਮੇਟੀਆਂ ਸੀਗੀਆਂ, ਇੰਨੇ ਵਧੀਆ ਅਦਾਰੇ ਸੀਗੇ, ਅਸੀਂ ਖਤਮ ਕਰਤੇ ਕਿਉਂਕਿ ਉੱਥੇ ਸਿਆਸੀ ਦਖਲ ਵੱਧ ਗਿਆ। ਇਸ ਤਰ੍ਹਾਂ ਸਾਡੇ ਕੋਲ ਖਰੀਦ ਏਜੰਸੀਆਂ ਦੀ ਬਹੁਤ ਅੱਛੀ ਉਹਨਾਂ ਦੀ ਰਿਟਰਨ ਸੀ, ਉਹ ਅਸੀਂ ਮਾਰ ਦਿੱਤੀਆਂ ਹੈਗੀਆਂ ਨੇ। ਨਗਰ ਕੌਂਸਲਾਂ ਕਿਸੇ ਟਾਈਮ ਬਹੁਤ ਵਧੀਆ ਆਪਣੇ ਇੰਡੀਪੈਂਡੈਂਟ ਪੈਰਾਂ ਤੇ ਖੜੀਆਂ ਸੀ, ਕਿਉਂਕਿ ਚੋਣਾਂ ਹੀ ਤਾਂ ਹੁੰਦੀਆਂ ਨੇ ਕਿ ਇੰਡੀਪੈਂਡੈਂਟ ਹੋਣ, ਆਪਣੇ ਪੈਰਾਂ ਤੇ ਖੜੀਆਂ ਹੋਣ, ਡਿਸੀਜਨ ਮੇਕਿੰਗ ਦੇ ਵਿੱਚ ਇਹਨਾਂ ਦੀ ਪਾਰਟੀਸਪੇਸ਼ਨ ਆਮ ਲੋਕਾਂ ਦੀ ਵਧੇ। ਪਰ ਉਹ ਅਜਿਹਾ ਹੁੰਦਾ ਨਹੀਂ। ਹੁਣ ਪੰਜਾਬ ਦੇ ਵਿੱਚ 153 ਦੇ ਕਰੀਬ ਜਿਹੜੀਆਂ ਮਿਊਨਿਸਪਲ ਕਮੇਟੀਆਂ ਹੈਗੀਆਂ ਨੇ, ਨਗਰ ਪੰਚਾਇਤਾਂ ਵੀ ਇਨਕਲੂਡ ਕਰ ਲਈ ਉਹਦੇ ਵਿੱਚ। ਤਾਂ ਇਹ ਤੋਂ ਬਿਨਾਂ ਜਿਹੜੀਆਂ 14 ਦੇ ਕਰੀਬ ਜਿਹੜੇ ਨਗਰ ਨਿਗਮ ਹੈਗੇ ਨੇ। ਪਰ ਮੈਨੂੰ ਲੱਗਦਾ ਕਿ 70 ਤੋਂ 75% ਜਿਹੜੀਆਂ ਨਗਰ ਕੌਂਸਲਾਂ ਨੇ ਉਹ ਬੁਰੀ ਤਰ੍ਹਾਂ ਕਰਜ਼ੇ ਦੇ ਜਾਲ ਵਿੱਚ ਫਸੀਆਂ ਹੋਈਆਂ ਨੇ। ਕੋਈ ਵੀ ਨਗਰ ਪੰਚਾਇਤ, ਕੋਈ ਵੀ ਨਗਰ ਕੌਂਸਲ ਜਾਂ ਨਗਰ ਨਿਗਮ ਇਹ ਨਹੀਂ ਕਹਿ ਸਕਦੀ ਕਿ ਉਹਦੇ ਸਿਰ ਤੇ ਕਰਜ਼ਾ ਨਹੀਂ। ਉਹ ਬੁਰੀ ਤਰ੍ਹਾਂ ਕਰਜ਼ਈ ਹੋ ਚੁੱਕੀਆਂ ਨੇ। ਜਦੋਂ ਕੌਂਸਲ ਆਪ ਬੰਦਾ ਕਰਜ਼ਈ ਹੈ, ਆਪਾਂ ਆਪਣੇ ਤੇ ਢਾਲ ਲਈਏ ਇਹ ਗੱਲ ਨੂੰ, ਆਪਾਂ ਕਰਜ਼ਈ ਹੋਈ, ਆਪਾਂ ਕਿੱਥੋਂ ਡਿਵੈਲਪਮੈਂਟ ਕਰਾਂਗੇ?
ਤਾਂ ਇਹੀ ਹਾਲ ਕੌਂਸਲਾਂ ਦਾ ਹੈਗਾ ਕਿ ਉਹਨਾਂ ਕੋਲੇ ਪੈਸਾ ਨਹੀਂ ਹੈਗਾ। ਨਗਰ ਪੰਚਾਇਤਾਂ, ਜਿਵੇਂ ਇੱਕ ਰੁਝਾਨ ਇੱਕ ਵਾਰੀ ਚੱਲਿਆ ਸੀ ਪੰਜਾਬ ਦੇ ਵਿੱਚ ਨਵੇਂ ਜ਼ਿਲ੍ਹੇ ਬਣਾਉਣ ਦਾ, ਤਾਂ ਪਿਛਲੇ ਟਾਈਮ 'ਚ ਅਸੀਂ ਦੇਖਿਆ ਕਿ ਜਿੱਥੇ ਕਾਰਪੋਰੇਸ਼ਨਾਂ ਦੀ ਲੋੜ ਨਹੀਂ, ਪੋਲੀਟੀਕਲ ਪਾਰਟੀਆਂ ਨੇ ਜਾਂ ਰੂਲਿੰਗ ਕਲਾਸਾਂ ਨੇ ਉੱਥੇ ਵੀ ਕਾਰਪੋਰੇਸ਼ਨਾਂ ਬਣਾ ਦਿੱਤੀਆਂ ਹੈਗੀਆਂ ਨੇ, ਤੇ ਸਾਡੇ ਕੋਲੇ ਰਿਸੋਰਸਸ ਤਾਂ ਹੈ ਨਹੀਂ। ਕਾਰਪੋਰੇਸ਼ਨਾਂ ਕੋਲੇ ਜਾਂ ਕੌਂਸਲਾਂ ਕੋਲੇ ਇਸ ਵੇਲੇ ਇਨਕਮ ਦੇ ਸੋਰਸਸ ਹੈ ਨਹੀਂ ਜੀ ਬਿਲਕੁਲ। ਤੇ ਉਹ ਪੂਰੀ ਤਰ੍ਹਾਂ ਕਰਜ਼ੇ ਤੇ ਨਿਰਭਰ ਨੇ। ਜਿਵੇਂ ਆਪਾਂ ਪਿੱਛੇ ਖਬਰਾਂ ਵੀ ਪੜ੍ਹਦੇ ਹਾਂ ਕਿ ਕੋਈ ਵੀ ਕੌਂਸਲ ਇਹੋ ਜਿਹੀ ਨਹੀਂ ਜਿਹਨੇ ਬਿਜਲੀ ਬੋਰਡ ਦੇ ਜਾਂ ਪਾਵਰਕੌਮ ਦੇ ਪੈਸੇ ਨਾ ਦੇਣ ਹੋਣ। ਜਿਹੜੀਆਂ ਵੱਡੀਆਂ ਨਗਰ ਨਿਗਮ ਹੈ ਉਹਨਾਂ ਕੋਲ 2 ਕਰੋੜ ਤੋਂ ਲੈ ਕੇ 4 ਕਰੋੜ ਰੁਪਏ ਦੇ ਡਿਫਾਲਟਰ ਨੇ ਉਹ। ਉਹਨਾਂ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਬੁਰਾ ਹਾਲ ਹੈ, ਉਹਨਾਂ ਦੀਆਂ ਨਾਲੀਆਂ ਨੇ, ਸੀਵਰੇਜ ਹੈ, ਉਹਦਾ ਅਸੀਂ ਸਹੀ ਪ੍ਰਬੰਧ ਨਹੀਂ ਕਰ ਸਕਦੇ। ਉਹਨਾਂ ਦੀ ਜਿਹੜੀ ਨਿਕਾਸੀ ਹੈ ਉਹ ਨਹੀਂ ਅਜੇ ਤੱਕ ਅਸੀਂ ਸਹੀ ਕਰ ਸਕੇ। ਸੈਂਟਰ ਗੌਰਮੈਂਟ ਨੇ ਪਿੱਛੇ ਕੀਤਾ ਸੀਗਾ ਕਿ ਜਿਹੜੀ ਸੋਲਿਡ ਵੇਸਟ ਜਨਰੇਸ਼ਨ ਹੁੰਦੀ ਹੈ ਸ਼ਹਿਰਾਂ ਦੇ ਵਿੱਚ, ਕਿ ਉਸ ਨੂੰ ਅਸੀਂ ਅੱਛੀ ਤਰ੍ਹਾਂ ਪ੍ਰੋਸੈਸ ਕਰ ਲਈਏ। ਜਿਸ ਤਰ੍ਹਾਂ ਇੱਕ ਮੋਟਾ ਅੰਕੜਾ ਦਿੱਤਾ ਜਾਂਦਾ ਕਿ 4100 ਟਨ ਹੈ ਜਿਹੜਾ ਡੇਲੀ ਵੇਸਟੇਜ ਸ਼ਹਿਰਾਂ ਦੀ ਨਿਕਲਦੀ ਹੈ, ਤੇ ਪੰਜਾਬ ਦੇ ਵਿੱਚ ਉਹਦੇ ਵਿੱਚੋਂ ਸਿਰਫ 61% ਹੈ ਜਿਹੜੀ ਉਹ ਪ੍ਰੋਸੈਸ ਹੁੰਦੀ ਹੈ। ਤਾਂ ਮੁੱਢਲੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਸ਼ਹਿਰ ਦੇ ਲੋਕਾਂ ਨੂੰ, ਉਹ ਮਿਲ ਨਹੀਂ ਰਹੀਆਂ ਹੈਗੀਆਂ ਨੇ। ਪੰਜਾਬ ਦੀ ਜਿਹੜੀਆਂ ਮਿਊਨਿਸਪੈਲਿਟੀਆਂ ਉਹਨਾਂ ਦੇ ਵਿੱਚ 1100 ਦੇ ਕਰੀਬ ਜਿਹੜੀਆਂ ਪੋਸਟਾਂ ਕਲਰਕਾਂ ਦੀਆਂ ਉਹ ਖਾਲੀ ਪਈਆਂ ਨੇ। ਇਸ ਤਰ੍ਹਾਂ ਪੌਣੇ 500 ਦੇ ਕਰੀਬ ਫਾਇਰਮੈਨ ਹੈ ਨਹੀਂ। ਇਸ ਤਰ੍ਹਾਂ 40-45 ਦੇ ਕਰੀਬ ਜਿਹੜੇ ਈਓ ਹੈ ਨਹੀਂ ਜਾਂ ਅਕਾਊਂਟੈਂਟ ਹੈ ਨਹੀਂ। ਕਈ ਮਿਊਨਿਸਪੈਲਿਟੀਆਂ ਦੇ ਕੋਲ ਤਾਂ ਸਿਰਫ 2-2 4-4 ਮੁਲਾਜ਼ਮ ਨੇ ਜਿਹੜੀਆਂ ਛੋਟੀਆਂ ਹੈਗੀਆਂ ਨੇ, ਤੇ ਸਰਕਾਰ ਨੇ ਅੱਗੋਂ ਕਹਿਤਾ ਕਿ ਰੈਗੂਲਰ ਭਰਤੀ ਨਹੀਂ ਕਰਨੀ। ਦੇਖੋ ਸ਼ਹਿਰ ਹੈ ਜਿਹੜੇ ਐਕਸਪੈਂਡ ਹੋ ਰਹੇ ਨੇ, ਠੀਕ ਹੈ, ਤੇ ਲੋਕਾਂ ਦੀ ਗਿਣਤੀ ਜਿਹੜੀ ਵੱਧ ਰਹੀ ਹੈ ਅਰਬਨਾਈਜੇਸ਼ਨ ਕਰਕੇ, ਠੀਕ ਹੈ, ਸ਼ਹਿਰਾਂ 'ਤੇ ਜਿਹੜਾ ਸਟ੍ਰੈਸ ਹੈ ਉਹ ਵੱਧ ਰਿਹਾ ਹੈਗਾ, ਪਰ ਜਿਹੜੀਆਂ ਸਹੂਲਤਾਂ ਹੈ ਉਹ ਮਨਫੀ ਹੋ ਰਹੀਆਂ ਨੇ। ਤੇ ਸਾਡੀ ਜਿਹੜੀ ਨਿਰਭਰਤਾ ਹੈ ਉਹ ਸਰਕਾਰਾਂ 'ਤੇ ਵੱਧ ਰਹੀ ਹੈਗੀ ਹੈ ਕਿ ਕੋਈ ਵੀ ਪੈਸਾ ਲੈਣਾ ਹੈ ਅਸੀਂ ਸਰਕਾਰ ਕੋਲ ਜਾਂਦੇ ਹਾਂ। ਮੈਂ ਤੁਹਾਡੇ ਨਾਲ ਜਾਂ ਇੱਕ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਜਦੋਂ ਸਾਂਝਾ ਪੰਜਾਬ ਹੁੰਦਾ ਸੀ, ਇਕੱਠੇ ਹੁੰਦੇ ਸੀ ਅਸੀਂ, ਸਾਡਾ ਇਹ ਪੰਜਾਬ 1966 'ਚ ਨਹੀਂ ਬਣਿਆ ਸੀਗਾ, ਤਾਂ ਪ੍ਰਤਾਪ ਸਿੰਘ ਕੈਰੋ ਇੱਕ ਵਾਰੀ ਨਗਰ ਕੌਂਸਲ ਦੀਆਂ ਚੋਣਾਂ ਸੀਗੀਆਂ, ਉਹ ਹਿਸਾਰ ਜਲਸੇ ਨੂੰ ਸੰਬੋਧਨ ਕਰਨ ਚਲੇ ਗਏ। ਤਾਂ ਜਲਸੇ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਕਿ ਦੇਖੋ ਵੀ ਵੋਟਰੋ ਕਿ ਮੇਰੇ ਕੋਲ ਮੈਸਿਵ ਮੈਜੋਰਟੀ ਹੈਗੀ ਹੈ, ਨਗਰ ਕੌਂਸਲ ਚੋਣਾਂ 'ਚ ਮੈਂ ਜਿੱਤਾਂ ਚਾਹੇ ਹਾਰਾਂ ਮੈਨੂੰ ਕੋਈ ਫਰਕ ਨਹੀਂ ਪਏਗਾ, ਪਰ ਜਿਹੜੇ ਤੁਸੀਂ ਅੱਗੇ ਮੇਰੇ ਬੈਠੇ ਮੈਨੂੰ ਸੁਣ ਰਹੇ ਆ ਤੁਹਾਨੂੰ ਜ਼ਰੂਰ ਫਰਕ ਪਏਗਾ। ਜੇ ਤੁਸੀਂ ਕਾਂਗਰਸ ਦੇ ਕੈਂਡੀਡੇਟ ਨੂੰ ਵੋਟ ਨਹੀਂ ਪਾਓਗੇ ਤਾਂ ਜਿਹੜੇ ਕੌਂਸਲਾਂ ਨੇ ਇਹ ਸਰਕਾਰ ਦੇ ਫੰਡਾਂ 'ਤੇ ਡਿਪੈਂਡੈਂਟ ਨੇ, ਤਾਂ ਮੈਂ ਜੇ ਵੋਟਾਂ ਨਹੀਂ ਪਾਉਂਗੇ ਕਾਂਗਰਸ ਨੂੰ ਤਾਂ ਮੈਂ ਤੁਹਾਨੂੰ ਫੰਡ ਨਹੀਂ ਦਿਆਂਗਾ। ਜੇ ਵੋਟਾਂ ਪਾਏਗਾ ਤਾਂ ਤੁਹਾਨੂੰ ਫੰਡਾਂ ਦੇ ਖੁੱਲ੍ਹੇ ਗੱਫੇ ਮਿਲਣਗੇ। ਇਹਦਾ ਮਤਲਬ ਹੈ ਕਿ ਉਹ ਸਿਆਸਤ ਹੈ ਜਿਹੜੀ ਆਪਣਾ ਕੁੰਡਾ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਉਂਦੀ ਆ ਰਹੀ ਹੈ। ਪਰ ਨਾਲ ਹੀ ਉਹਨੇ ਇੱਕ ਨਹੋਰਾ ਵੀ ਮਾਰਿਆ ਕਿ ਮੈਨੂੰ ਪਤਾ ਹੈ ਕਿ ਮਿਊਨਿਸਪੈਲਿਟੀਆਂ ਕੋਲੇ ਤਾਂ ਜਿਹੜੇ ਕੋਈ ਸੜਕਾਂ ਦੀ ਰਿਪੇਅਰ ਕਰਨ ਜੋਗੇ ਪੈਸੇ ਨਹੀਂ। ਤਾਂ ਉਹਨੇ ਇੱਕ ਕਹਾਣੀ ਸੁਣਾਈ ਕਿ ਮੈਂ ਅਕਸਰ ਰਾਤ ਨੂੰ ਜਿਹੜਾ ਸਫ਼ਰ ਕਰਦਾ ਆਪਣੀ ਕਾਰ ਦੇ ਵਿੱਚ, ਤੇ ਕਾਰ ਦੇ ਵਿੱਚ ਸਫ਼ਰ ਕਰਦਾ ਹੋਇਆ ਮੈਂ ਸੌਂ ਜਾਂਦਾ, ਤੇ ਜਦੋਂ ਅਚਾਨਕ ਕਾਰ ਉਛਲਦੀ ਹੈ ਤੇ ਮੇਰੀ ਨੀਂਦ ਖੁੱਲ੍ਹਦੀ ਹੈ ਤੇ ਮੇਰੀ ਪੱਗ ਲਹਿ ਜਾਂਦੀ ਹੈ, ਤਾਂ ਮੈਂ ਆਪਣੇ ਡਰਾਈਵਰ ਨੂੰ ਪੁੱਛਦਾ ਕਿਉਂ ਭਾਈ ਕਿਹੜਾ ਸ਼ਹਿਰ ਆ ਗਿਆ? ਤਾਂ ਉਹ ਕਹਿਣ ਦਾ ਭਾਵ ਇਹ ਸੀ ਕਿ ਸ਼ਹਿਰਾਂ ਦੀ ਹਾਲਤ ਇਹ ਹੈ ਕਿ ਜਿਹੜੀਆਂ PWD ਦੀਆਂ ਸੜਕਾਂ ਨੇ ਉਹ ਤਾਂ ਬਿਹਤਰ ਨੇ, ਪਰ ਜੇ ਤੁਸੀਂ ਸ਼ਹਿਰ ਦੇ ਵਿੱਚ ਇੰਟਰ ਹੋ ਜਾਂਦੇ ਆ ਤਾਂ ਸਾਨੂੰ ਉਹੀ ਖੱਡੇ ਉਹੀ ਟੋਏ ਮਿਲਣੇ ਸ਼ੁਰੂ ਹੋ ਜਾਂਦੇ ਕਿ ਤੁਹਾਡੇ ਕੋਲੇ ਤਾਂ ਇੰਨਾ ਮੁਹਾਂਦਰਾ ਸਵਾਰਨ ਜੋਗਾ ਵੀ ਪੈਸੇ ਨਹੀਂ। ਤਾਂ ਆਪਾਂ ਦੇਖਦੇ ਹਾਂ ਕਿ ਉਹ ਇੰਨਾ ਟਾਈਮ ਹੋ ਗਿਆ, ਠੀਕ ਹੈ, 62 63 64 ਦੀਆਂ ਗੱਲਾਂ ਹੈਗੀਆਂ ਨੇ, ਤੇ ਅੱਜ ਤੱਕ ਜੇ ਉਦੋਂ ਮਿਊਨਿਸਪੈਲਿਟੀਆਂ ਦਾ ਇਹ ਹਾਲ ਸੀ ਤੇ ਅੱਜ ਵੀ ਉਹੀ ਹਾਲ ਹੈ, ਤਾਂ ਫਿਰ ਇਹ ਸਾਰੀ ਜਿਹੜੀਆਂ ਵੋਟਾਂ ਪਾਉਣੇ ਆ, ਸਰਕਾਰਾਂ ਚੁਣਦੇ ਆ, ਜੇ ਸਾਡੀ ਸਰਕਾਰਾਂ ਵਾਅਦੇ ਕਰਦੀਆਂ ਪਾਰਟੀਆਂ, ਫਿਰ ਇਹਨਾਂ ਦਾ ਰੋਲ ਕਿੱਥੇ ਜਾਂਦਾ ਇਹ ਵੀ ਦੇਖਣ ਵਾਲੀ ਗੱਲ ਹੈ। ਚਰਨਜੀਤ ਜੀ, ਹੁਣ ਇੱਕ ਵੱਡੀ ਗੱਲ ਇਹ ਆਉਂਦੀ ਹੈ ਕਿ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਜਿਹੜੀ ਹੈ ਉਹ ਮੁਕੰਮਲ ਹੋ ਚੁੱਕੀ ਹੈ, ਤੇ ਇਹਨਾਂ ਚੋਣਾਂ ਦੇ ਤੁਹਾਨੂੰ ਕੀ ਲੱਗਦਾ ਰੁਝਾਨ ਕੀ ਰਹੇਂਗੇ, ਕਿਹਦਾ ਹੱਥ ਉੱਪਰ ਰਹਿਣ ਦੀ ਸੰਭਾਵਨਾ ਜਿਹੜੀ ਦਿਖਾਈ ਦੇ ਰਹੀ ਹੈ? ਦੇਖੋ ਇਹ ਤਾਂ ਆਤਿਸ਼ ਨਤੀਜਿਆਂ 'ਤੇ ਨਿਰਭਰ ਕਰਦਾ ਹੈਗਾ ਕਿ 17 ਤਰੀਕ ਨੂੰ ਸਾਰਾ ਕੁਝ ਆਪਣੇ ਸਾਹਮਣੇ ਆ ਜਾਏਗਾ ਕਿ ਕੌਣ ਜਿੱਤੇਗਾ ਕੌਣ ਹਾਰੇਗਾ। ਮੈਂ ਤਾਂ ਸਿਰਫ ਇੰਨਾ ਕਹਿ ਸਕਦਾ ਕਿ ਲੋਕ ਰਾਜ ਜ਼ਰੂਰ ਹਾਰੇਗਾ, ਵੋਟਰ ਹਾਰੇਗਾ, ਸਾਡੇ ਸ਼ਹਿਰ ਹਾਰਨਗੇ। ਇਹ ਉਹਨਾਂ ਟਾਈਮ ਹਾਰਦੇ ਰਹਿਣਗੇ ਜਿੰਨਾ ਟਾਈਮ ਲੋਕਾਂ ਦੇ ਵਿੱਚ ਜਾਗਰਤ ਨਹੀਂ ਆਏਗੀ। ਲੋਕ ਆਪਣੀ ਤਕਦੀਰ ਆਪ ਨਹੀਂ ਲਿਖਣਗੇ, ਲੋਕ ਆਪਣੇ ਪੈਰਾਂ 'ਤੇ ਆਪ ਨਹੀਂ ਖੜੇ ਹੋਣਗੇ, ਪੋਲੀਟੀਕਲ ਪਾਰਟੀਆਂ ਦੀਆਂ ਚਾਲਾਂ ਨੂੰ ਸਮਝਣਗੇ, ਉਹਨਾਂ ਦੀ ਸਾਜ਼ਿਸ਼ਾਂ ਨੂੰ ਸਮਝਣਗੇ, ਉਦੋਂ ਇਹ ਸਾਡਾ ਲੋਕ ਰਾਜ ਹੈ ਜਿਹੜਾ ਮਜ਼ਬੂਤ ਹੋਏਗਾ, ਉਦੋਂ ਅਸਲ 'ਚ ਲੋਕਾਂ ਦੀ ਜਿੱਤ ਹੋਏਗੀ। ਹੁਣ ਪਿਛਲੇ ਟਾਈਮ 'ਚ ਸ਼ਹਿਰਾਂ ਦੀਆਂ ਜਿਹੜੀਆਂ ਬਾਉਂਡਰੀਆਂ ਹੈ ਉਹਨਾਂ ਦਾ ਕਾਫੀ ਪਸਾਰ ਹੋਇਆ ਹੈ, ਵਧੀਆਂ ਹੈਗੀਆਂ ਨੇ, ਪਿੰਡਾਂ ਦੇ ਲੋਕ ਹੈ ਜਿਹੜੇ ਉਹ ਸ਼ਹਿਰਾਂ 'ਚ ਸ਼ਿਫਟ ਹੋਣੇ ਸ਼ੁਰੂ ਹੋਏ ਨੇ, ਪਰ ਸ਼ਹਿਰਾਂ ਦਾ ਹਾਲ ਹੈ ਜਿਹੜਾ ਉਹੀ ਜਿਹੜਾ 40 ਸਾਲ ਪਹਿਲਾਂ ਸੀ, 45 ਸਾਲ ਪਹਿਲਾਂ ਸੀ, ਉਹ ਸੀ। ਸੋ ਅਸੀਂ ਤਾਂ ਕਾਮਨਾ ਕਰਦੇ ਹਾਂ ਕਿ ਜਿਹੜੀਆਂ ਚੋਣਾਂ ਲੋਕ ਪਹਿਲੀ ਗੱਲ ਤਾਂ ਸਿਆਣੇ ਹੋਣ,
ਸਮਝਦਾਰ ਹੋਣ, ਅੰਦੋਲਨ ਦੇ ਵਿੱਚ ਉਹਨਾਂ ਨੇ ਇੰਨਾ ਕੁਝ ਸਿੱਖਿਆ, ਉਹਨਾਂ ਗੱਲਾਂ ਨੂੰ ਆਪਣੇ ਲੜ ਬੰਨਣ। ਉਹਨਾਂ ਕੋਲ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਸਾਡੇ ਕਿਸਾਨ ਅੰਦੋਲਨ ਦੀ। ਉਸ ਤੋਂ ਸਿੱਖ ਕੇ ਉਹਨਾਂ ਨੂੰ ਆਪਣੇ ਸ਼ਹਿਰਾਂ 'ਚ ਲਾਗੂ ਕਰਨ, ਆਪਣੇ ਪਿੰਡਾਂ 'ਚ ਲਾਗੂ ਕਰਨ, ਤਾਂ ਕਿ ਸਾਡੇ ਸ਼ਹਿਰਾਂ ਦਾ, ਸਾਡੇ ਪਿੰਡਾਂ ਦਾ ਜਿਹੜਾ ਭਵਿੱਖ ਹੈ ਉਹ ਬਿਹਤਰ ਹੋ ਸਕੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮਾਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।